ਤੇ ਸ਼ਾਹ ਜੀ ਇੱਕ ਦੋਸਤ ਨੇ ਜਿਹੜਾ ਇਹ ਪੁੱਛਿਆ ਸੀਗਾ ਕਿ ਜਾਨਵਰ ਜਿਹੜਾ ਹੈ ਉਹਦਾ ਕੜ ਨਹੀਂ ਟੁੱਟਦਾ। ਇਹ ਕੜ ਦਾ ਕੀ ਮਤਲਬ ਹੁੰਦਾ ਹੈ? ਇਹਦੀ ਜ਼ਰਾ ਵਜ਼ਾਹਤ ਕਰ ਦਿਓ। ਹੈ ਕਿ ਕੜ ਨਹੀਂ ਟੁੱਟਿਆ, ਜਿਹਦੀ ਵਜ੍ਹਾ ਤੋਂ ਦੁੱਧ ਦਾ ਜਿਹੜਾ ਨਾ ਮਤਲਬ ਉਹਦੇ 'ਚ ਇਜ਼ਾਫਾ ਨਹੀਂ ਹੋ ਰਿਹਾ। ਜੀ ਮਾਸ਼ਾਅੱਲਾ ਸਮਝ ਆ ਗਈ ਜੀ ਮੈਨੂੰ। ਹੁਣ ਇਹਨੂੰ ਉਹ ਕੜ ਕਹਿਣ ਜਾਂ ਜਿਸ ਤਰ੍ਹਾਂ ਆਪੋ ਆਪਣੀ ਮਾਸ਼ਾਅੱਲਾ ਜ਼ਬਾਨ ਹੈ, ਜਿੰਨੇ ਸਾਡੇ ਇਲਾਕੇ ਨੇ ਹਰ ਇਲਾਕੇ ਦੀ ਆਪਣੀ ਜ਼ਬਾਨ ਹੈ। ਮੈਨੂੰ ਜਿੱਥੋਂ ਸਮਝ ਆ ਰਹੀ ਹੈ ਵੀ ਕੜ ਦਾ ਮਤਲਬ ਵੀ ਉਹ ਕਹਿੰਦੇ ਨੇ ਵੀ ਉਹਨੇ ਮੈਲਾ ਨਹੀਂ ਸੁੱਟਿਆ। ਅੱਛਾ ਜੀ। ਕਿਉਂਕਿ ਅਸੀਂ ਲੋਕ ਕਹਿੰਦੇ ਹਾਂ ਵੀ ਯਾਰ ਦੁੱਧ ਗਾਂ ਦਾ ਹਾਲੇ ਨਹੀਂ ਇਹਨੇ ਵਧਾਉਣਾ, ਹਾਲੇ ਇਹਨੇ ਮੈਲਾ ਨਹੀਂ ਸੁੱਟਿਆ, ਇਹਨੂੰ ਕੋਈ ਗਰਮ ਚੀਜ਼ਾਂ ਦੇਣੀਆਂ ਪੈਣੀਆਂ। ਸਹੀ ਹੈ। ਇਹ ਮੈਲਾ ਸੁੱਟੇਗੀ ਤੇ ਫਿਰ ਦੁੱਧ ਤੇ ਆ ਜਾਏਗੀ। ਸਹੀ। ਇਸ ਚੀਜ਼ ਨੂੰ ਸ਼ਾਇਦ ਉਹ ਕੜ ਕਹਿੰਦੇ ਹੋਣ। ਸਹੀ ਹੈ। ਅੱਛਾ, ਇਹ ਜਿਹੜਾ ਹੁਣ ਮੈਲਾ ਜਾਂ ਕੜ, ਇਹ ਜਿਹੜਾ ਕਿੰਨੇ ਕੁ ਦਿਨਾਂ ਤੋਂ ਬਾਅਦ, ਯਾਨੀ ਜਦੋਂ ਜਾਨਵਰ ਸੌਂਦਾ ਆ ਉਹ ਕਿੰਨੇ ਕੁ ਦਿਨਾਂ ਬਾਅਦ ਖੁਦ ਬ ਖੁਦ ਸਿੱਟ ਦਿੰਦਾ ਹੈ? ਸਰ ਇੱਕ ਤਾਂ ਡੰਗਰ ਦੀ ਜਦੋਂ ਅਸੀਂ ਹਿਫਰ ਬੱਚੇ ਦੀ ਪ੍ਰੈਗਨੈਂਟ ਦੀ ਤਿਆਰੀ ਕਰਨੇ ਆ ਨਾ, ਇਹ ਚੀਜ਼ਾਂ ਸਾਨੂੰ ਉਦੋਂ ਜਿਹੜਾ ਨਾ ਜ਼ਿਹਨ 'ਚ ਰੱਖਣੀਆਂ ਚਾਹੀਦੀਆਂ। ਜਿਹੜੇ ਸ਼ੌਕੀਨ ਲੋਕ ਨੇ ਜਾਂ ਫਾਰਮਰ ਹਜ਼ਰਾਤ ਨੇ ਉਹ ਇਹਨਾਂ ਚੀਜ਼ਾਂ 'ਤੇ ਬੜੀ ਤਵੱਜੋ ਦਿੰਦੇ ਨੇ। ਸਹੀ ਹੈ। ਕਮ ਅਜ਼ ਕਮ ਜੇਰ ਜਿਹੜੀ 3 ਘੰਟਿਆਂ ਦੇ ਅੰਦਰ ਡੰਗਰ ਨੂੰ ਸੁੱਟਣੀ ਚਾਹੀਦੀ। ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਦੇਰ 3 ਘੰਟੇ ਨਹੀਂ ਤੇ 1 ਘੰਟੇ ਤੋਂ ਬਾਅਦ ਬਾਹਰ ਆ ਜਾਂਦੀ ਹੈ। ਠੀਕ ਹੋ ਗਿਆ। ਅਗਰ ਤੁਸੀਂ ਡੰਗਰ ਨੂੰ ਅੱਛੀ ਤਿਆਰੀ ਦਿੱਤੀ, ਇਹਦੀ ਰਿਕੁਆਇਰਮੈਂਟ ਅੱਛੀ ਕੀਤੀ, ਇਹਦੇ ਲੇਵੇ ਵਾਸਤੇ ਅੱਛੀਆਂ ਚੀਜ਼ਾਂ ਦਿੱਤੀਆਂ, ਉਹਦੇ ਉੱਤੇ ਬੜੀ ਮਿਹਨਤ ਕੀਤੀ ਹੈ, ਫਿਰ ਕੜ ਕੀ ਹੈ, ਭਾਵੇਂ ਕੜੀਆਂ ਹੋਣ ਤਾਂ ਵੀ ਟੁੱਟ ਜਾਂਦੀਆਂ। ਸਹੀ ਹੈ। ਠੀਕ ਹੈ। ਉਹ 3 ਘੰਟਿਆਂ ਤੋਂ ਪਹਿਲੇ ਪਹਿਲੇ ਉਹ ਜੇਰ ਸੁੱਟੇਗੀ। ਠੀਕ ਹੈ। ਇੰਜੈਕਸ਼ਨ ਤਾਂ ਹੈ ਨਾ, ਅਸੀਂ ਲਾ ਦਿੱਤਾ ਜੀ, ਸਾਈਕਲੋ ਲਾਤਾ ਜੀ, ਜ਼ਿਆਦਾ ਬੱਚੇ ਦਾ ਨਹੀਂ ਮੂੰਹ ਖੋਲ ਜਾਵੇ ਤੇ ਗੰਦ ਨਿਕਲ ਜਾਵੇ, ਜੇਰ ਬਾਹਰ ਆ ਜਾਵੇ। ਲੇਕਿਨ ਅਗਰ ਅਸੀਂ ਇਹਦੀ ਖਿਦਮਤ ਹੀ ਇੰਨੀ ਕੁ ਕੀਤੀ ਹੈ, ਤੁਹਾਨੂੰ ਸਾਈਕਲੋ ਲਾਉਣ ਦੀ ਜ਼ਰੂਰਤ ਹੀ ਨਹੀਂ। ਲੇਕਿਨ ਹਿਫਾਜ਼ਤੀ ਤੌਰ 'ਤੇ ਬੱਚੇ ਨੂੰ ਬਿਊਟਾਲੈਕਸ ਜ਼ਰੂਰ ਦੇਈਦਾ, ਬੱਚੇ ਦੀ ਹਿਫਾਜ਼ਤ ਵਾਸਤੇ ਆ। ਠੀਕ ਹੈ। ਬੱਚੇ ਦੇ ਮੂੰਹ ਚੁੰਗਲ ਮਾਰਨੀ ਚਾਹੀਦੀ ਹੈ, ਜਾੜਾ ਵਗੈਰਾ ਨਾ ਹੋਵੇ। ਉਹਨੂੰ ਫੌਰੀ ਜੇਰ ਜਾਨਵਰ ਸੁੱਟੇ ਨਾ ਸੁੱਟੇ, ਉਹਨੂੰ ਦੁੱਧ 'ਤੇ ਲਾ ਦਿਓ। ਸਹੀ ਹੈ। ਉਹ ਦੁੱਧ ਪੀਵੇ, ਉਹਦਾ ਜੇਰ ਨਾਲ ਉਹਦੇ ਦੁੱਧ ਦਾ ਕੋਈ ਤਾਲੁਕ ਨਹੀਂ ਹੈਗਾ। ਸਹੀ। ਅਕਸਰ ਲੋਕ ਕਹਿੰਦੇ ਨੇ ਵੀ ਜੇਰ ਸੁੱਟੇ ਤੇ ਫਿਰ ਦੁੱਧ ਪਿਆਣਾ। ਨਹੀਂ, ਬੱਚੇ ਨੂੰ ਲਾਵੋ ਤਾਂ ਕਿ ਉਹ ਫਰਬਾ ਹੋਵੇ ਫੌਰੀ ਤੌਰ 'ਤੇ। ਉਹ ਅੱਲਾਹ ਪਾਕ ਨੇ ਇੰਨੀ ਕੁ ਤਾਕਤ ਰੱਖੀ ਹੈ, ਦੁੱਧ ਪੀਂਦਾ ਜਾਏਗਾ, ਬੱਚਾ ਨੰਬਰ 9 ਹੋ ਜਾਏਗਾ। ਸਹੀ ਹੈ। ਇੱਕ ਵਾਰੀ ਤੁਹਾਨੂੰ ਲਾਉਣਾ ਪਏਗਾ, ਮੁੜ ਕੇ ਜਿਹੜਾ ਨਾ ਕੁਝ ਤੁਸੀਂ 3 ਤੋਂ 4 ਦਿਨ ਤੱਕ ਉਸ ਜਾਨਵਰ ਨੂੰ, ਬੱਚੀ ਹੈ ਜਾਂ ਬੱਚਾ, ਤੁਸੀਂ ਉਹਨੂੰ ਦੁੱਧ ਪਿਲਾਓ। ਸਹੀ ਹੈ। ਅਗਰ ਇਹਦੇ ਬਾਵਜੂਦ ਵੀ ਕੋਈ ਗਾਂ ਦੀ ਕੋਈ ਖਿਦਮਤ ਨਹੀਂ ਕਰ ਸਕਿਆ, ਗਾਂ ਸੂ ਪਈ ਹੈ, ਉਹਨੂੰ ਫੌਰਨ ਜਿਹੜਾ ਨਾ ਇਹਦੇ ਵਾਸਤੇ ਤੁਸੀਂ ਖੂਨ ਪਤਲਾ ਕਰੋ। ਇਹਦਾ ਖੂਨ ਪਤਲਾ ਕਰਨ ਵਾਸਤੇ ਡੈਸਪਰੀਨ ਬਿਹਤਰੀਨ ਹੈ। ਠੀਕ ਹੈ। ਕੋਈ 5-7 ਕਿਲੋ ਪਾਣੀ ਨੀਮ ਗਰਮ ਕਰੋ, ਉਹਦੇ 'ਚ ਨਮਕ ਪਾਓ, ਡੈਸਪਰੀਨ ਗੋਲੀਆਂ ਪਾਵੋ, ਉਹ ਤੁਸੀਂ ਜਾਨਵਰ ਨੂੰ ਪਿਲਾਓ, ਸੂਏ ਜਾਨਵਰ ਨੂੰ ਪਿਲਾ ਦਿਓ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹ 3 ਘੰਟਿਆਂ ਦੇ ਅੰਦਰ ਆਪਣੀ ਜੇਰ ਖਾਰਜ ਕਰ ਦੇਗੀ। ਸਹੀ ਹੈ। ਉਸ ਤੋਂ ਬਾਅਦ ਜੇ ਤੁਸੀਂ ਜਬਰੀ ਤਰੀਕੇ ਨਾਲ ਇਹਦੀ ਜੇਰ ਬਾਹਰ ਕੱਢੀ, ਇਹ ਜਬਰੀ ਤਰੀਕਾ ਹੈ, ਯਾਨੀ ਕਿ ਉਹਨੂੰ ਹੀਟ ਦੇ ਕੇ ਉਹਦੇ ਅੰਦਰੋਂ ਗੰਦ ਬਾਹਰ ਕੱਢਿਆ, ਫਿਰ ਉਹ ਗਾਂ ਨੇ ਠੰਡਿਆ ਹੋਣਾ। ਉਹਦਾ ਅਸਰ ਕੋਈ ਜ਼ਿਆਦਾ ਦੇਰ ਤੱਕ ਤਾਂ ਨਹੀਂ ਰਹਿਣਾ। ਮੈਡੀਸਨ ਦਾ ਪਤਾ ਤੁਹਾਨੂੰ ਅਸਰ ਕਿੰਨਾ, 3 ਘੰਟੇ 4 ਘੰਟੇ ਜਾਂ ਉਹ 12 ਘੰਟੇ ਲਾ ਲਓ ਵੀ ਉਹਦੇ ਵਿੱਚ ਰਹੇਗਾ ਅਸਰ। ਉਸ ਤੋਂ ਬਾਅਦ ਬੱਚਾ ਦੁੱਧ ਪੀ ਰਿਹਾ, ਉਹਨੇ ਜੇਰ ਵੀ ਸੁੱਟ ਲਈ, ਸਾਰਾ ਕੁਛ ਨੰਬਰ 9 ਹੋ ਗਿਆ। ਫਿਰ ਤੁਸੀਂ ਆਪਣੇ ਗੁਲਕੰਦ ਵਗੈਰਾ, ਦੁੱਧ ਵਗੈਰਾ ਦਿਓ ਪਕਾ ਕੇ, ਉਹਦੇ ਵਿੱਚ ਉਹਨੂੰ ਘਿਓ ਵਗੈਰਾ ਦਿਓ। ਮਾਸ਼ਾਅੱਲਾ ਅਲਹਮਦੁਲਿਲਾ ਉਹ 10-12 ਦਿਨਾਂ ਦੇ ਵਿੱਚ ਆਪਣਾ ਮੈਲਾ ਸ਼ੈਲਾ ਸਾਫ਼ ਕਰਕੇ ਆਪਣਾ ਜੋ ਉਹਨੂੰ ਤੁਸੀਂ ਖਵਾਇਆ ਪਿਆ, ਦੁੱਧ ਉਹਨੇ ਉਹੀ ਦੇਣਾ। ਫਿਰ ਗੱਲ ਉਹੀ ਹੈ, ਜੋ ਤੁਸੀਂ ਉਹਨੂੰ ਖਵਾਇਆ ਪਿਆ, ਫਿਰ ਉਹ ਆਪਣਾ ਮੁਕੰਮਲ ਤੌਰ 'ਤੇ ਆਪਣੇ ਮਾਲਕ ਨਾਲ ਜਿਹੜਾ ਨਾ ਉਹ ਬੇਈਮਾਨੀ ਨਹੀਂ ਕਰੇਗੀ। ਸਹੀ ਹੈ। ਅੱਛਾ ਸ਼ਾਹ ਜੀ, ਇਹਦੇ 'ਚ ਇਹ ਦੱਸੋ ਕਿ ਅਗਰ ਜਿਹੜਾ ਮੈਲਾ ਜਾਂ ਕੜ ਅਗਰ ਉਹ ਜਾਨਵਰ ਨਹੀਂ ਸਿੱਟਦਾ, ਉਹਦਾ ਦੁੱਧ 'ਤੇ ਅਸਰ ਪਏਗਾ? ਉਹਦਾ ਦੁੱਧ ਇੱਕ ਤਾਂ ਬਹੁਤ ਘੱਟ ਹੋਏਗਾ ਜੀ। ਸਹੀ ਹੈ। ਦੂਸਰਾ ਉਹ ਡੰਗਰ ਫਰਬਾ ਨਹੀਂ ਹੋਏਗਾ। ਠੀਕ ਹੋ ਗਿਆ। ਤੀਸਰਾ ਜਦੋਂ ਨਵੇਂ ਦੁੱਧ ਹੋਏਗਾ, ਪ੍ਰੈਗਨੈਂਟ ਹੋਏਗਾ, ਤਾਂ ਬਹੁਤ ਔਖਾ ਹੋਏਗਾ। ਸਹੀ ਹੈ। ਯਾਨੀ ਕਿ ਕਈ ਵਾਰੀ ਫਿਰੇਗਾ, ਕਈ ਵਾਰੀ ਹੋਏਗਾ, ਜਦੋਂ ਬੱਚੇਦਾਨੀ ਦਾ ਮੂੰਹ ਖੁੱਲੇਗਾ ਉਹ ਗੰਦ ਕੱਢੇਗੀ ਬਾਹਰ, ਉਹ ਰਿਸਕੇਗਾ, ਫਿਰ ਡਾਕਟਰ ਦਵਾਈਆਂ ਰੱਖਣਗੇ, ਫਿਰ ਉਹ ਜਾ ਕੇ ਅਗਲੇ ਸੂਏ ਵਾਸਤੇ ਤਿਆਰ ਹੋਏਗੀ। ਯਾਨੀ ਕਿ ਉਹ ਨੁਕਸ ਜਿਹੜਾ ਉਹਦੇ ਅਗਲੇ ਸੂਏ ਤੱਕ ਜਾਏਗਾ। ਸਹੀ ਹੋ ਗਿਆ।